ਇਹ ਗੱਡੀ ਵੀ ਲੱਗਦਾ ਇੱਥੋਂ ਕਿਤੇ ਪਹਾੜਾਂ ਤੋਂ ਹੀ ਡਿੱਗੀ ਹੋਈ ਲੱਗਦੀ, ਸਾਰੀ ਤਬਾਹ ਹੋਈ ਪਈ ਆ ਸਾਰੀ ਬਿਸਮਿल्लाहिर्रहमानिर्रहीम अस्सलाम वालेकुम ਵੀਰ, ਤੁਸੀਂ ਦੇਖ ਰਹੇ ਡੇਲੀ ਵਲੌਗਸ। ਜੀ ਉਮੀਦ ਕਰਨੇ ਸਾਰੇ ਭਰਾ ਠੀਕ ਹੋਏ, ਅਲਹਮਦੁਲਿਲਾ ਅੱਲਾਹ ਪਾਕ ਦਾ ਸ਼ੁਕਰ ਅਸੀਂ ਵੀ ਠੀਕ ਹਾਂ ਜੀ। ਵੀਰ ਜਿਵੇਂ ਤੁਸੀਂ ਕੱਲ ਸਾਡੇ ਵੀਡੀਓ ਵੇਖੀ, ਅਸੀਂ ਆਪਣੇ ਦੌਰਾਨੇ ਸਫ਼ਰ ਦੇ ਵਿੱਚ ਸ਼ੁਰੂ ਸਾਂ ਔਰ ਅਸੀਂ ਜਾ ਰਹੇ ਸੀ ਆਦਿਲ ਭਾਈ ਦੇ ਪਿੱਛੇ। ਇਸ ਟਾਈਮ ਅਸੀਂ ਤਕਰੀਬਨ ਮੁਜ਼ੱਫਰਗੜ੍ਹ ਤੋਂ 200 ਜਾਂ 250 ਕਿਲੋਮੀਟਰ ਸਫ਼ਰ ਦੂਰ ਕਰਕੇ ਬੈਠੇ ਹਾਂ, ਯਾਨੀ ਕਿ ਇੱਕ ਐਸੀ ਸੁਨਸਾਨ ਜਗ੍ਹਾ ਦਾ ਮਤਲਬ ਇਹ ਕਿ ਵੀ ਇੱਕ ਸ਼ਹਿਰ ਦੇ ਵਿੱਚ ਬੈਠੇ ਹਾਂ। ਸ਼ਹਿਰ ਦੇ ਨਾਂ ਤਾਂ ਸਾਨੂੰ ਨਹੀਂ ਪਤਾ ਹੈ, ਪਰ ਅਸੀਂ ਭਾਈ ਹੋਰਾਂ ਕੋਲ ਹੁਣ ਆਪਣੇ ਆ, ਕਿਉਂਕਿ ਸਾਡੀ ਗੱਡੀ ਖ਼ਰਾਬ ਹੋ ਗਈ ਸੀ। ਅਸੀਂ ਧਿੱਕਾ ਲਾ ਕੇ ਅਸੀਂ ਵਰਕਸ਼ਾਪ ਤੱਕ ਗੱਡੀ ਲੈ ਕੇ ਪਹੁੰਚੇ ਹਾਂ। ਹੁਣ ਅਸੀਂ ਆਏ ਵਰਕਸ਼ਾਪ 'ਚ, ਅੱਲਾ ਬਿਹਤਰ ਜਾਣਦਾ ਉਸ ਗੱਡੀ ਨੂੰ ਕੀ ਮਸਲਾ ਬਣਿਆ, ਕਿਸ ਤਰ੍ਹਾਂ ਹੋਇਆ, ਇਹ ਚੀਜ਼ ਦਾ ਮਤਲਬ ਹਜੇ ਤੱਕ ਅਸੀਂ ਨਹੀਂ ਪੁੱਛਿਆ। ਅਦੀਲ ਤੇ ਮੋਹਸਿਨ ਅੰਦਰ ਬੈਠੇ ਨੇ ਔਰ ਉਹ ਗੱਡੀ ਅੰਦਰ ਵਿਖਾ ਰਹੇ ਨੇ, ਬਾਕੀ ਅੰਦਰ ਜਾ ਕੇ ਵੇਖਦੇ ਹਾਂ ਕੀ ਸੈਟਅਪ ਗੱਡੀ ਦਾ, ਕੀ ਮਸਲਾ ਬਣਿਆ। ਹਾਂਜੀ, ਕਿੱਥੇ ਲੈ ਗਿਆ ਬੰਦਾ ਆਪਣੀ ਗੱਡੀ, ਕਿੱਥੇ ਲੈ ਗਿਆ? ਇੱਥੇ ਤਾਂ ਕੋਈ ਨਹੀਂ ਖਲੋਤੀ ਹੈ। ਮੈਨੂੰ ਲੱਗਦਾ ਉਹ ਬਣਾ ਲਈ ਉਹਨੇ ਤੇ ਟਰਾਈ ਵਾਸ ਲੈ ਗਿਆ ਬਸ ਹੁਣ ਇਹ ਵੇ ਕਿ ਹੁਣ ਰਾਤ ਦਾ ਸਫ਼ਰ ਅੱਗੋਂ ਦਿਨ ਵੇਖ ਲਓ, ਟਾਈਮ ਉੱਤੇ ਹੋ ਗਿਆ 5:31। ਹੁਣ ਸੀਨ ਇਹ ਵੇ ਕਿ ਵੀ ਰਾਤ ਦਾ ਕਿ ਸਫ਼ਰ ਹੈ। ਮੇਰਾ ਇਹ ਜ਼ਹਿਨ ਹੈ ਕਿ ਅੱਜ ਦਾ ਜਿਹੜਾ ਸਟੇ ਹੈ ਨਾ, ਬੇਸ਼ੱਕ ਇੱਥੇ ਕਰ ਲਓ, ਐਸੇ ਜਗ੍ਹਾ ਤੇ ਕਰ ਲਓ ਜਾਂ ਕਿਤੇ ਹੋਟਲ ਜਾ ਕਰੋ, ਜਾਂ ਜਿਸ ਤਰ੍ਹਾਂ ਵੀ ਹੁੰਦਾ ਨਾ, ਇਹ ਜ਼ਹਿਨ ਹੈ ਕਿ ਸਟੇ ਉੱਥੇ ਕਰੋ। ਕਿਉਂਕਿ ਮੇਰੀ ਯਕੀਨ ਮੰਨ ਜੋ ਕਿ ਉਹ ਢੋਲ ਲਾ ਕੇ ਨੇ ਧਿੱਕਾ ਆ ਲੱਤਾਂ ਫੁੱਲ ਗਈ। ਵੱਲਾ ਵੀ ਮੌਸਮ ਸ਼ਾਦੀ ਹੱਥ ਲਾ ਕੇ ਵੇਖ ਲੈ। ਤੂੰ ਇਕੱਲੇ ਨੇ ਤੇ ਨਹੀਂ ਲਾਇਆ, ਮੈਂ ਵੀ ਤੇਰੇ ਨਾਲ ਹੀ ਸੀ। ਆ ਉਸਤਾਦ ਹੁਣੀ ਤੇ ਗੱਡੀ ਦੇ ਉੱਤੇ ਬੈਠੇ ਰਹੇ ਨੇ, ਤੇ ਕੋਈ ਪਰਵਾਹ ਹੀ ਕੋਈ ਨਹੀਂ। ਧਿੱਕਾ ਲਾਉਂਦੇ ਹੋਏ ਗੱਡੀ ਕਿਵੇਂ ਚੱਲਣੀ ਸੀ ਯਾਰ? ਉਹ ਤੇ ਗੱਲ ਤੇ ਬਿਲਕੁਲ ਥੱਕੇ ਪਏ ਆ। ਹੁਣ ਤੇਰੀ ਮਿਹਰਬਾਨੀ ਕਿਤੇ ਰੈਸਟ ਕਰਦੇ ਆ ਯਾਰ। ਸਾਨੂੰ ਤਾਂ ਨਹੀਂ ਮੌਸਮ ਪਤਾ ਵੀ ਕਿੱਦਾਂ ਦੇ ਬੰਦੇ ਤੇ ਕਿੱਦਾਂ ਦੇ ਨਹੀਂ, ਕਿ ਇੱਥੇ ਰਹਿਣਾ ਸਾਡੇ ਵਾਸਤੇ ਨਹੀਂ ਸਹੀ। ਹੁਣ ਸਾਨੂੰ ਕੀ ਬਾਈ ਕਿਹੋ ਜਿਹਾ ਹੈ ਤੇ ਕਿਹੋ ਜਿਹਾ ਨਹੀਂ। ਯਾਰ ਆਪਾਂ ਇੱਥੋਂ ਫਿਰ ਗੱਡੀ ਲੈ ਚੱਲਦੇ ਆ ਨਾ, ਉਸਤਾਦ ਨੂੰ ਟਰਾਈ ਲੈ। ਮੇਰਾ ਯਕੀਨ ਮੰਨ ਜਾ ਵੱਲਾ ਬਿੱਲਾ ਲੱਤਾਂ ਉਹ ਨਹੀਂ ਆਇਆ, ਉਹ ਟਰਾਈ ਲੈ ਉਦੋਂ ਕੋਰੇ ਆ। ਚਲੋ ਗੱਡੀ ਵਾਪਸ ਆ ਜਾਂਦੀ ਹੈ ਨਾ, ਆਪਣਾ ਜਿਹੜਾ ਬਿੱਲ ਹੁਣ ਕਈ ਬੰਦੇ ਵਿੱਚ ਕਹਿ ਰਹੇ ਹਨ ਕਿ ਯਾਰ ਤੁਸੀਂ ਗੱਡੀ ਲੈ ਕੇ ਨਾ ਜਾਓ, ਸੌ ਮਸਲਾ ਬਣ ਸਕਦਾ ਹੈ। ਅਸੀਂ ਵੀਵਰਸ ਗੱਡੀ ਇਸ ਮਨ ਲੈ ਕੇ ਆਸਾਂਗੇ ਯਾਰ, ਅੱਲਾ ਨਾ ਕਰੇ ਸਾਨੂੰ ਕਿਤੇ ਰਹਿائش ਗੁਜ਼ਾਰਨੀ ਪੈ ਜਾਏ ਜਾਂ ਕਿਤੇ ਰਹਿਣਾ ਪੈ ਜਾਏ, ਤੇ ਕਮ ਸੇ ਕਮ ਸਾਡੇ ਕੋਲ ਉੱਥੋਂ ਦੇ ਖਾਣ ਪੀਣ ਦੀ ਸ਼ੈ ਜਾਂ ਅਦਰਵਾਈਜ਼ ਜਿਹੜੀ ਸ਼ੈ ਹੁੰਦੀ ਨਾ, ਮਤਲਬ ਉੱਥੇ ਸਾਨੂੰ ਗੱਡੀ 'ਚ ਰਹਿਣਾ ਪੈ ਜਾਏ ਸਾਨੂੰ। ਲੇਕਿਨ ਇਹ ਤਾਂ ਨਹੀਂ ਪਤਾ ਨਾ ਇਹ ਸਾਨੂੰ ਪਤਾ ਬੰਦੇ ਕਿੱਦਾਂ ਦੇ, ਕਿਤੇ ਆਪਾਂ ਨਿਕਲ ਕੋਈ ਹੋਟਲ ਲੱਭ ਕੇ ਨਾ ਉੱਥੇ ਰੈਸਟ ਕਰਦੇ ਸਕੂਨ ਨਾਲ, ਉੱਥੇ ਖਾਂਦੇ ਪੀਂਦੇ, ਇੱਥੇ ਨਹੀਂ ਰਹਿਣਾ ਆਪਾਂ। ਬਿਲਕੁਲ ਮੇਰੀ ਵੀ ਇਹੀ ਸਲਾਹ ਵੀ ਆਂਦਾ ਨਾ, ਬਿਲ ਸ਼ਲ ਦੇ ਕੇ ਜੋ ਹਿਸਾਬ ਕਿਤਾਬ ਬਣਦਾ ਆ, ਇੱਥੋਂ ਆਪਾਂ ਨਿਕਲਦੇ ਆ। ਵੈਸੇ ਵੀ ਹਲੇ 5:30 ਹੋਏ ਨੇ ਤੇ ਇਨਸ਼ਾਅੱਲਾ ਆਪਾਂ ਕੋਈ ਹੋਟਲ ਤੇ ਸਟੇ ਕਰਾਂਗੇ। ਅੱਛਾ, ਹੁਣ ਉਹ ਗੱਡੀ ਦਾ ਕੀ ਮਸਲਾ, ਉਹਨੂੰ ਸਹੀ ਜਿਹੜਾ ਕੰਮ ਹੈ ਨਾ ਸਾਰਾ ਕਰਾ ਦੇ। ਕੀ ਮਸਲਾ ਕੀ ਸੀ? ਪੱਖਾ ਬੰਦ ਹੋ ਗਿਆ, ਰੈਡੀਏਟਰ ਵਾਲਾ ਜੋ ਪੱਖਾ ਨਹੀਂ ਹੁੰਦਾ, ਹਾਂ, ਉਹ ਬੰਦ ਹੋ ਚੱਲਣਾ ਬੰਦ ਹੋ ਗਿਆ ਸੀ। ਉਹ ਤਾਂ ਵਾਸਤੇ ਗਰਮ ਹੋਣ ਡਈ ਸੀ ਗੱਡੀ ਗਰਮ ਹੋ ਜਾਂਦੀ ਸੀ। ਅੱਛਾ, ਮੈਂ ਜਦੋਂ ਉਸਤਾਦ ਜੀ ਰੈਡੀਏਟਰ ਢੱਕਣ ਖੋਲਿਆ, ਪਾਣੀ ਤੇ ਵੱਜਾ ਉੱਤੇ ਨੂੰ, ਸ਼ੁਕਰ ਹੈ ਮੂੰਹ ਬਚ ਗਿਆ। ਜਿੰਨਾ ਕਿ ਰੈਡੀਏਟਰ ਦਾ ਮਤਲਬ ਗਰਮ ਸੀ ਨਾ, ਤੇ ਅਗਰ ਮੂੰਹ ਮੇਰਾ ਪੈਂਦਾ ਤੇ ਸੜ ਜਾਣਾ ਸੀ। ਜਿਸ ਤਰ੍ਹਾਂ ਕੀਤੀ ਹੈ ਨਾ, ਤੈਨੂੰ ਰੋਕਦੇ ਵੀ ਰਹੇ ਕਿ ਢੱਕਣ ਨਾ ਚੁੱਕੀ ਤੂੰ। ਫਿਰ ਮੈਂ ਕਿਹਾ ਮੇਰੇ ਜੈਸਮ ਗੱਡੀ ਗਰਮ ਹੋਏ, ਢੱਕਣ ਨਹੀਂ ਹੋ ਚੁੱਕੀ ਦਾ, ਫਿਰ ਚੁੱਕੀ ਦਾ ਹੀ ਨਹੀਂ ਯਾਰ, ਖਰਾਬ ਹੋਇਆ ਪਿਆ ਵਾ। ਹੁਣ ਉਹਦਾ ਜੋ ਵੀ ਮਸਲਾ ਹੈ ਨਾ, ਮਸਲਾ ਹੱਲ ਕਰਾਓ, ਠੀਕ ਹੈ। ਉਸ ਤੋਂ ਬਾਅਦ ਚਲੋ ਅਗਰ ਇੱਥੇ ਨਹੀਂ ਰਹਿਣਾ, ਕਿਉਂਕਿ ਇਹ ਅਸੀਂ ਸੀਨ ਇਹ ਸੀ ਕਿ ਬਈ ਇੱਥੇ ਚਲੋ ਕਮ ਸੇ ਕਮ ਕੋਈ ਬੈਠ ਦੀ ਜਗ੍ਹਾ, ਉਹ ਹੀ ਨਾ ਉਹਨਾਂ ਦੇ ਕੱਪੜੇ ਛੋਟੇ ਪਿੱਛੇ ਪਏ ਨੇ, ਉਹ ਇੱਥੇ ਰਹਿائش ਕਰਦੇ ਜਾਂ ਜਿਵੇਂ ਵੀ ਹੈ। ਬਾਕੀ ਅਗਰ ਤੁਸੀਂ ਹੋਟਲ ਦੀ ਰਹਿائش ਕਰਨੀ ਤਾਂ ਮਸਲਾ ਕੋਈ ਨਹੀਂ, ਹੋਟਲ ਦੀ ਆਪਾਂ ਟੁਰ ਚੱਲਦੇ ਹਾਂ। ਕਿਉਂਕਿ ਇਹ ਗੱਲ ਹੈ ਕਿ ਅੱਗੇ ਸਫ਼ਰ ਕੋਈ ਨਹੀਂ ਹੁੰਦਾ। ਮੇਰੇ ਯਕੀਨ ਮੰਨ ਜੋ ਕਿ ਅੱਜ ਦੀ ਥੋੜੀ ਜਿਹੀ ਰੈਸਟ ਕਰਨੇ ਆ। ਤਕਰੀਬਨ 200-250 ਕਿਲੋਮੀਟਰ ਚੱਲਿਆ ਨਾ, 250 ਕਿਲੋਮੀਟਰ ਸਾਡਾ ਚੱਲ ਗਿਆ। ਬਾਕੀ ਅੱਲਾ ਖੈਰੀਅਤ ਰੱਖੇ। ਤੇਰਾ ਮੋਹਸਿਨ ਭਾਈ ਰਾਬਤਾ ਹੋਇਆ ਤੇ ਨਾਲ ਕਿ ਨਹੀਂ ਹੋਇਆ? ਫੋਨ ਨਹੀਂ ਚੁੱਕਦਾ ਪਿਆ ਯਾਰ। ਤੇਰਾ ਫੋਨ ਕਿਉਂ ਨਹੀਂ ਚੁੱਕ ਰਿਹਾ? ਕਮ ਸੇ ਕਮ ਤੂੰ ਰਾਬਤਾ ਕਰ, ਉਹਨਾਂ ਟਰਾਈ ਕਰ। ਜਾਂਦਾ ਮੈਂ ਉਹਨੂੰ ਕਾਫੀ ਸਾਰੀਆਂ ਕਾਲਾਂ ਕੀਤੀਆਂ, ਫੋਨ ਨਹੀਂ ਚੁੱਕਦਾ ਪਿਆ। ਜਾਂ ਸਾਇਲੈਂਟ ਤੇ ਲੱਗਾ ਆ ਮੋਬਾਈਲ ਉਹਦਾ, ਜਾਂ ਕੀ ਮਸਲਾ ਆ, ਕਿਤੇ ਚਾਰਜਿੰਗ ਤੇ ਲਾ ਕੇ ਨਿਕਲ ਗਏ ਨੇ ਮੋਹਸਿਨ ਭਾਈ। ਚਲੋ ਅੱਜ ਤੇ ਅਸੀਂ ਕਮ ਸੇ ਕਮ ਇੱਥੇ, ਚਲੋ ਇੱਥੇ ਨਹੀਂ ਕਿਤੇ ਹੋਟਲ ਤੇ ਰਹਿائش ਕਰ ਲੈਨੇ ਆ। ਕੱਲ ਤੱਕ ਮੇਰੇ ਖਿਆਲ ਹੈ ਕਿ ਅਸੀਂ ਉੱਥੇ ਸਟਾਪ ਤੱਕ ਪਹੁੰਚ ਜਾਣਾ ਹੈ, ਠੀਕ ਹੈ। ਲੇਕਿਨ ਇਹ ਹੈ ਕਿ ਜਲਦ ਤੋਂ ਜਲਦ ਮੇਰਾ ਵੀ ਤੂੰ ਰਾਬਤਾ ਕਰ, ਉਹਨੂੰ ਇਹ ਗੱਲ ਕਰ ਕਿ ਬਈ ਲਾਲਾ ਮੈਂ ਇਕੱਲਾ ਆ ਰਿਹਾ ਵਾਂ, ਉਹ ਨਹੀਂ ਆ ਰਿਹਾ ਹੈ। ਸਿਰਫ ਦੁਆ ਇਹ ਕਰੋ ਕਿ ਸਾਡਾ ਵਲੋਗ ਨਾ ਵੇਂਦਾ ਹੋਏ। ਅਗਰ ਉਹ ਵੇਖ ਰਿਹਾ ਤਾਂ ਉਹਨੂੰ ਪਤਾ ਹੋਣਾ ਕਿਉਂਕਿ ਸਾਰੇ ਇਕੱਠੇ ਆ ਰਹੇ ਨੇ। ਪਰ ਤੂੰ ਕੋਸ਼ਿਸ਼ ਕਰ, ਚਾਹੇ ਆਖਰੀ ਪਠਾਨ ਨਾਲ ਰਾਬਤਾ ਕਰੋ। ਉਹ ਤਕਰੀਬਨ ਇਥੋਂ
200 ਕਿਲੋਮੀਟਰ ਅੱਗੇ ਰਹਿ ਗਿਆ ਸਫ਼ਰ, ਤਕਰੀਬਨ 200 ਜਾਂ 250 ਅੱਗੇ ਰਹਿ ਗਿਆ ਹੁਣ। ਆਦਮ ਨੂੰ ਇਹ ਪੁੱਛਣਾ ਵੀ ਸਾਨੂੰ ਇਹ ਦਰਿਆ ਕ੍ਰਾਸ ਕਰਨਾ ਪੈਣਾ ਜਾਂ ਐਸਾ ਪੁਲ ਹੈ, ਕੋਈ ਹੋਰ ਰਸਤਾ ਹੈ ਹੁੰਦਾ ਉਹ ਦਰਿਆ ਕ੍ਰਾਸ ਕਰ ਰਹੇ ਨਾ। ਉਹਨੂੰ ਇਹ ਨਹੀਂ ਮੈਂ ਤੈਨੂੰ ਬਾਰ-ਬਾਰ ਕਹਿ ਰਿਹਾ, ਉਹਨੂੰ ਇਹ ਗੱਲ ਕਰਨੀ ਕਿ ਮੈਂ ਇਕੱਲਾ ਵਾਂ। ਯਾਰ ਉਹ ਮੇਰੇ ਸਮਝਲਾ ਵੇਖਦਾ ਉਹਨੂੰ ਸਿੱਧੀ ਗੱਲ ਕਰ, ਤਿੰਨੇ ਆ ਰਹੇ ਤੇਰੇ ਯਾਰ ਉਹਨੂੰ ਇਹ ਮਸਲਾ ਨਹੀਂ ਹੈ ਕਿ ਵੀ ਤੁਸੀਂ, ਉਹ ਸਿਰਫ ਥੋੜਾ ਜਿਹਾ ਨਾਰਾਜ਼ ਸੀਗਾ, ਬਾਕੀ ਐਵੇਂ ਗੱਲਾਂ ਕਰੇਗਾ ਜਾਂ ਦੋ ਚਾਰ ਗੱਲਬਾਤ ਸੁਣਾ ਦੇਗਾ, ਬਾਕੀ ਐਡਾ ਮਸਲਾ ਨਹੀਂ ਹੈ, ਕੱਲਾ ਜਾਂ ਤਿੰਨੇ, ਐਸਾ ਕੋਈ ਮਸਲਾ ਨਹੀਂ, ਤੂੰ ਪਰੇਸ਼ਾਨ ਨਾ ਹੋ। ਮੈਂ ਕਹਿ ਰਿਹਾ ਮੈਂ ਨਾ ਕਿ ਸ਼ਾਇਦ ਸਾਡੀ ਗੱਲ ਸੁਣ ਕੇ ਜਾਂ ਤੇਲ ਦੀ ਗੱਲ ਸੁਣ ਪੂਰੀ ਕੇ ਦੁਨੀਆ ਨੂੰ ਪਤਾ ਕਿ ਵੀ ਤਿੰਨੇ ਦੋਸਤ ਇਕੱਠੇ ਨਿਕਲੇ ਹੋਏ ਨੇ, ਉਹਨੂੰ ਵੀ ਪਤਾ ਹੀ ਹੋਣਾ, ਵਲੌਗ ਸਾਡਾ ਵੇਖਿਆ ਹੀ ਹੋਣਾ, ਲੇਕਿਨ ਉਹ ਫੋਨ ਤੇ ਰਾਬਤਾ ਲਾਜ਼ਮੀ ਕਰੇਗਾ ਸਾਡੇ ਨਾਲ। ਬਹਰਾਲ ਜਿਵੇਂ ਵੀ ਨਾ, ਮੇਰੀ ਗੱਲ ਕਰਨ ਮਕਸਦ ਇਹ ਹੈ ਕਿ ਅਸੀਂ ਤਕਰੀਬਨ 250 ਕਿਲੋਮੀਟਰ ਸਫ਼ਰ ਕਰ ਰਹੇ ਹਾਂ। 250 ਨਹੀਂ, ਅੱਗੋਂ 200 ਜਾਂ 300 ਹੋਰ ਜ਼ਿਆਦਾ ਹੋ ਜਾਏਗਾ, ਇੰਨਾ ਹੋ ਜਾਏਗਾ। ਅੱਗੇ ਜਿੰਨਾ ਵੀ ਸਫ਼ਰ ਹੈ ਵੇ ਨਾ, ਅਸੀਂ ਉਸ ਸਟਾਪ ਤੇ ਪਹੁੰਚ ਗਏ, ਕਿਉਂਕਿ ਸਾਨੂੰ ਸਿਰਫ ਉਹ ਸਟਾਪ ਤੱਕ ਹੀ ਪਤਾ ਹੈ ਜਿੱਥੋਂ ਤੱਕ ਅਸੀਂ ਉਹ ਫੋਈ ਸਟਾਪ, ਉਹ ਵੀ ਅਸੀਂ ਉਹਦੇ ਵਲੌਗ ਤੇ ਹੀ ਵੇਖਿਆ ਸਟਾਪ ਦਾ ਨਾਮ ਹੀ। ਹੁਣ ਵੀ ਤੇਰੇ ਸਾਹਮਣੇ ਕਿੰਨੇ ਬੰਦਿਆਂ ਨੂੰ ਪੁੱਛ ਕੇ ਅਸੀਂ ਤੱਕ ਪਹੁੰਚੇ ਹਾਂ, ਕਾਫੀ ਜ਼ਿਆਦਾ ਬੰਦਿਆਂ ਨੂੰ, ਠੀਕ ਹੈ। ਇਸ ਕਰਕੇ ਇਹ ਵੇ ਕਿ ਉੱਥੋਂ ਤੱਕ ਤੇ ਚਲੋ ਪਹੁੰਚ ਜਾਾਂਗੇ, ਉੱਥੋਂ ਫਿਰ ਅੱਗੇ ਦਰਿਆ ਕ੍ਰਾਸ ਕਰਨਾ ਪੈਣਾ ਨਾ, ਉਹਦਾ ਸਾਨੂੰ ਪੁੱਲ ਦਾ ਪਤਾ ਵੀ ਕਿੱਥੋਂ ਜਾਣਾ ਹੈ, ਕਿਵੇਂ ਜਾਣਾ ਹੈ, ਕਿਸ ਤਰ੍ਹਾਂ ਜਾਣਾ ਹੈ, ਇਸ ਚੀਜ਼ ਦਾ ਇਲਮ ਨਹੀਂ ਹੈ। ਇਸ ਕਰਕੇ ਕਹਿ ਰਿਹਾ ਕਿ ਤੂੰ ਜਲਦ ਤੋਂ ਜਲਦ ਉਹਨਾਂ ਰਾਬਤਾ ਕਰ। ਬਾਕੀ ਦਿਲ ਗੱਡੀ ਦਾ ਜੋ ਕੰਮ ਹੈ ਤੇ ਨਿੱਕਾ ਮੋਟਾ ਜਿਵੇਂ ਵੀ ਦੱਸਦਾ ਮੈਂ ਕਹਿੰਦਾ ਉਹ ਸਾਰਾ ਕਰਤਾ। ਓਕੇ ਆ ਬੱਚਿਆਂ ਨੂੰ ਪੁੱਤਰ ਚਲੋ ਤੁਸੀਂ ਆਪਣਾ ਸ਼ੇਰ ਕੰਮ ਕਰੋ, ਥੋੜਾ ਜਿਹਾ ਚਲੋ ਕੰਮ ਕਰੋ ਬੇਟਾ ਆਪਣਾ। ਇਹਲੇ ਮੈਂ ਇਹ ਗੱਲ ਕਰ ਰਿਹਾ ਹਾਂ ਕਿ ਗੱਡੀ ਦਾ ਜਿਹੜਾ ਕੰਮ ਪਹਿਲੇ ਨੰਬਰ ਤੇ ਤੁਹਾਨੂੰ ਚਾਹੀਦਾ ਸੀ, ਘਰੋਂ ਹੀ ਪੱਖੇ ਨੂੰ ਵੇਖ ਕੇ ਨਿਕਲੋ, ਸਾਰਾ ਕੁਛ ਟੀ ਟਮਾਟਰੀ ਸਾਰੀ ਕਰਕੇ ਨਿਕਲੋ। ਠੀਕ ਸੀ, ਅੰਦਰ ਨੂੰ ਹੁੰਦੇ ਫਿਊਜ਼ ਜੇ ਫਿਊਜ਼, ਹਾਂ ਉਹ ਸੜ ਗਏ ਨੇ। ਉਹ ਫਿਊਜ਼ਾਂ ਹੀ ਵੈਸੇ ਤੋਂ ਕਟਆਊਟ ਜਿਹੜਾ ਹੁੰਦਾ, ਕਟਆਊਟ ਹੁੰਦਾ ਨਾ ਜਿਹੜਾ, ਉਹ ਜੇ ਮਕੈਨਿਕ ਪਹਿਲੇ ਬਣਵਾਏ ਸੀ, ਉਹ ਪਤਾ ਨਹੀਂ 2 ਨੰਬਰ ਪਾਤਾ, ਜਿਹਦੇ ਵਜ੍ਹਾ ਤੋਂ ਕਟਆਊਟ ਸੜ ਗਿਆ, ਉਹਦੀ ਵਜ੍ਹਾ ਪੱਖਾ ਬੰਦ ਹੋ ਗਿਆ। ਜਦ ਪੱਖਾ ਬੰਦ ਹੋਇਆ ਤੇ ਉਹ ਗਰਮ ਹੋਣ ਲੱਗ ਗਏ। ਵੇਖ ਉਹ ਸ਼ੁਕਰ ਕਰਾਂ ਟਾਈਮ ਤੇ ਵੇਖ ਲਈ ਆ। ਸੂਈ ਜਦੋਂ ਚੁੱਕੀ ਗਈ ਹੈ ਨਾ, ਮੈਂ ਕਹਿ ਵੀ ਰਿਹਾ ਕਿ ਯਾਰ ਸੂਈ ਤਾਂ ਆਉਣ ਡਈ ਇੱਥੇ ਹੀ ਹੁੰਦੀ ਹੈ, ਆਂਦਾ ਇਹ ਨਹੀਂ ਇੱਥੇ ਨਹੀਂ ਹੁੰਦੀ, ਮਤਲਬ ਥੋੜੇ ਜਿਹੇ ਗੱਡੀ ਦੂਰ ਆ ਰਹੇ ਆ ਨਾ, ਗੱਡੀ ਗਰਮ ਹੋ ਗਈ ਤਾਂ ਮੈਂ ਕਰਕੇ। ਨਾਰਮਲੀ ਗਰਮ ਹੋਣ ਲਈ ਗਰਮ ਬਹੁਤੀ ਹੋਣ ਲੱਗੀ, ਉਹ ਵੇਖ ਲਈ ਤੇ ਉਹ ਤੇ ਉਹ ਸਾਜੀ ਹਰ ਸ਼ੈ ਬਲਾਸਟ ਹੋਈ ਨੇ। ਉਹ ਮਤਲਬ ਹੋ ਜਾਣਾ, ਤੇਲ ਪਾਣੀ ਮਿਕਸ ਹੋ ਜਾਣਾ, ਤੇ ਸਾਨੂੰ ਉਹਨੇ ਕੋ ਬੀਬੀ ਨੇ ਉਹ ਜਿਹੜਾ ਨਾ, ਸਿਆਣੇ ਲੋਕੀ ਆਂਦੇ ਨੇ ਉਹ ਭਾਰੇ ਹੋਏ ਨੇ। ਬਾਕੀ ਇਹ ਵੇ ਕਿ ਤੂੰ ਉਹਦੇ ਨਾਲ ਰਾਬਤਾ ਕਰ, ਤੂੰ ਗੱਡੀ ਤੇ ਸਾਰਾ ਕੰਮ ਕਰਾ ਕੇ ਸਾਰੀ ਓਕੇ ਹੋ ਗਈ ਸਮਝਲਾ। ਉਹ ਜਿੱਦਾਂ ਟਰਾਈ ਲੈ ਕੇ ਉਹਨਾਂ ਨੂੰ ਤਸੱਲੀ ਲੈਂਦੇ ਆ, ਬਾਕੀ ਨੂੰ ਪੇਮੈਂਟ ਕਰ ਦਿੰਦੇ, ਆਪਾਂ ਨਿਕਲਦੇ ਆ। ਇਸ ਬੰਦੇ ਨੂੰ ਪੁੱਛੋ ਠੀਕ ਹੈ ਕਿ ਕਿੱਥੇ, ਮਤਲਬ ਅੱਗੇ ਹੋਟਲ ਕਿੱਥੇ ਆ। ਗੱਡੀ ਦਾ ਹਾਲ ਵੇਖ ਕੇ ਵੀ ਮੈਨੂੰ ਲੱਗਦਾ ਐਕਸੀਡੈਂਟ ਹੋਈ ਆ, ਬੰਦੇ ਖਰਾਬ ਹੋਈ ਵੈਸੇ। ਗੱਡੀ ਆ ਲਈ ਕੋਲ ਆ ਨਾ ਇਹ ਵਾਲੀ ਤੇ ਚਲੋ ਜਿਵੇਂ ਵੀ ਹੋਈ ਹੈ ਨਾ, ਤੇ ਇਹ ਵੇ ਗੱਲ ਮਕਸਦ ਕਰਨ ਦਾ ਇਹ ਵੇ ਕਿ ਜਿਵੇਂ ਵੀ ਹੁੰਦਾ ਨਾ, ਉਹ ਤੁਸੀਂ ਆਪਣਾ ਕੰਮ ਕਲੀਅਰ ਕਰਕੇ ਅੱਗੇ ਅਸੀਂ ਜਾਂਦੇ ਹਾਂ ਕਿਤੇ ਹੋਟਲ ਤੇ ਸਟੇ ਕਰਨੇ ਆ, ਤਾਂ ਕਿ ਮਤਲਬ ਇੱਥੋਂ ਨਿਕਲੀਏ, ਇਹਨਾਂ ਦੇ ਕੋਲੋਂ ਜਿਹੜਾ ਕੰਮ ਹੈ ਵੇ ਉਹ ਖਤਮ ਕਰੀਏ। ਕੀ ਹਾਲ ਹੋਇਆ ਗੱਡੀ ਦਾ? ਇਹ ਗੱਡੀ ਵੀ ਲੱਗਦਾ ਇੱਥੋਂ ਕਿਤੇ ਪਹਾੜਾਂ ਤੋਂ ਹੀ ਲਿਟਕੀ ਹੋਈ ਲੱਗਦੀ, ਸਾਰੀ ਤਬਾਹ ਹੋਈ ਪਈ। ਆ ਸਾਰੀ ਗੱਲ ਹੈ, ਅੱਲਾਹ ਪਾਕ ਖੈਰ ਕਰੇ। ਜਿਵੇਂ ਵੀ ਚਲੋ ਕੋਈ ਗੱਲ ਨਹੀਂ, ਅੱਲਾ ਖੈਰ ਯਾਦ ਰੱਖੇ। ਬਾਕੀ ਤੁਸੀਂ ਆਪਣੀ ਗੱਡੀ ਦੇ ਕੰਮ ਫਾਈਨਲ ਕਰੋ, ਫਾਈਨਲ ਕਰਨ ਤੋਂ ਬਾਅਦ ਅਸੀਂ ਗੱਡੀ ਇੱਥੋਂ ਤੇ ਯਾਰ ਨਿਕਲੀਏ। ਉਥੋਂ ਆਪਣੀ ਸਾਰੀ ਕਲੀਅਰ ਕਰਕੇ ਤੁਰੇ ਸੀਗੇ, ਲੇਕਿਨ ਫਿਰ ਵੀ ਇਨਸਾਨਾਂ ਦਾ ਵੀ ਤੇ ਨਹੀਂ ਪਤਾ ਲੱਗਦਾ, ਇਹ ਤੇ ਫਿਰ ਵੀ ਮਸ਼ੀਨਰੀ ਹੈ, ਜਾ ਕੇ ਹੁਣ ਧੋਖਾ ਦੇ ਗਈ। ਫਿਰ ਵੀ ਸ਼ੁਕਰ ਹੈ ਕਿ ਥੋੜਾ ਹੀ ਫਾਲਟ ਬਣਿਆ ਆ। ਕੋਈ ਨਹੀਂ, ਅੱਲਾ ਕਰਕੇ ਫਾੜ ਲੈ, ਕੋਈ ਨਹੀਂ ਗਿਆ, ਬਸ ਆਪਾਂ ਨਿਕਲਦੇ ਪਏ ਹਾਂ। ਹੁਣ ਟਾਈਮ ਕੀ ਹੋ ਗਿਆ ਵਾ? ਉਸ ਟਾਈਮ ਤੱਕ ਤਕਰੀਬਨ ਹੋ ਗਏ ਨੇ, 5:45 ਹੋ ਗਏ ਨੇ। ਉਸ ਬੰਦੇ ਨੇ ਗੱਲ ਕਰਕੇ ਪੁੱਛ ਲਓ ਕਿ ਉਸਤਾਦ ਜੀ ਇੱਥੇ ਹੋਟਲ ਕਿੱਥੇ ਆ, ਤਾਂ ਕਿ ਅਸੀਂ ਉੱਥੇ ਰਹਿਸ਼ ਕਰੀ ਜਾ ਕੇ। ਹੁਣ ਬਸ ਇਹਨਾਂ ਪੁੱਛਣਾ ਵੇਲੇ ਬਹੁਤ ਜ਼ਿਆਦਾ, ਮੈਨੂੰ ਪਤਾ ਵੀ ਪਰਦੇਸੀ ਬੰਦੇ ਨੇ, ਇਹਨਾਂ ਨੂੰ ਪੁੱਛਣਾ ਬਾਹਰੋਂ ਕਿਉਂ ਪੁੱਛਦੇ ਆ। ਚਲੋ ਜਿਸ ਤਰ੍ਹਾਂ ਵੀ ਹੈ, ਮਤਲਬ ਆਪਾਂ ਮੁੱਖ ਵਾਰੀ ਆਪਣੇ ਨਹੀਂ ਦੇ ਦੇ, ਠੀਕ ਹੈ ਨਾ ਯਾਰ ਉਹ ਠੀਕ ਹੈ, ਜਿਸ ਤਰ੍ਹਾਂ ਵੀ ਸਮਝ ਆਉਂਦੀ ਹੈ ਨਾ, ਇਹਨਾਂ ਨਹੀਂ ਪੁੱਛਣਾ ਨਾ ਪੁੱਛੋ, ਹੋਰ ਕਿਸੇ ਨੂੰ ਪੁੱਛਣਾ ਉਹ ਪੁੱਛ ਲੈਂਦੇ ਆ। ਲੇਕਿਨ ਇਹ ਵੇ ਕਿ ਇਹ ਤੋਂ ਜਲਦ ਨਿਕਲੀਏ, ਸ਼ਾਮ ਹੋਣ ਤੋਂ ਪਹਿਲੇ ਅਸੀਂ ਨਾ ਉਸਤਾਦ ਹੁਣ ਉਹ ਕਹਿੰਦਾ ਸੀ ਕਿ ਮੈਂ 10-15 ਕਿਲੋਮੀਟਰ ਇਹਨੂੰ ਮੈਂ ਗੱਡੀ ਨੂੰ ਤੋੜ ਕੇ ਸਹੀ ਸਪੀਡ ਦੇ ਨਾਲ ਆਣਾ, ਕਿ ਵੀ ਕੱਲ ਨੂੰ ਤੁਹਾਡੇ ਕੋਲ ਜਾ ਕੇ ਅੱਗੇ ਪਿੱਛੇ ਤੁਸੀਂ ਦੂਰ ਨਿਕਲੇ ਹੋ, ਮਸਲਾ ਨਾ ਕਰੇ ਗੱਡੀ। ਜ਼ਾਰੀ ਗੱਲ ਹੈ, ਕਰਕੇ ਗਿਆ ਸਪੀਡ 10-15 ਕਿਲੋਮੀਟਰ ਚਲਾਏਗਾ ਤੇ ਉਹਨੂੰ ਸਮਝ ਆਉਣੀ ਹੈ ਕਿ ਭਾਈ ਇਹ ਗਰਮ ਹੋਣ ਡਈ ਜਾਂ ਨਹੀਂ ਹੋਣ ਡਈ। ਹੁਣ ਇਹਨੇ ਨੇੜੇ ਤੇ ਸਮਝ ਨਹੀਂ ਆਉਣੀ, ਉਹ ਚਲੋ ਸਮਝਦਾਰ ਹੈ, ਵੀ ਸਮਝਦਾਰੀ ਦਾ ਮੁਜ਼ਾਹਰਾ ਕਰ ਰਿਹਾ, ਇਹ ਵੀ ਗੱਲ ਉਹਦੀ ਚੰਗੀ ਹੈ। ਬਾਕੀ ਇਹ ਵੇ ਕਿ ਆਪਣਾ ਸਾਰਾ ਕੁਝ ਓਕੇ ਕਰਕੇ ਨਾ, ਮੇਰਾ ਸਿਰਫ ਗੱਲ ਕਰਨ ਮਕਸਦ ਇਹ ਵੇ ਕਿ ਅੱਜ ਦੀ ਰਾਤ ਜਿਹੜੀ ਹੈ ਨਾ, ਇੱਥੇ ਸਟੇ ਕਰੀਏ। ਕੱਪੜੇ ਵੀ ਵਿੱਚ ਨੇ, ਬਾਕੀ ਖਾਣ ਬੜਾ ਪੀਣ ਕੀਮਤੀ ਸਮਾਨ ਹਰ ਚੀਜ਼ ਵਿੱਚ ਹੀ। ਤੁਸੀਂ ਕਿਸੇ ਦੇ ਸਾਹਮਣੇ ਨਾ ਗੱਲ ਨਾ ਕਰੋ, ਤੁਸੀਂ ਚੁੱਪ ਕਰੋ ਬਸ। ਜਿਵੇਂ ਗੱਡੀ ਪੈਸੇ ਵੀ ਆ ਤੇ ਹਰ ਸ਼ੋਅ ਵੀ ਤੂੰ ਕਮਲੇ ਬੈਗ ਤੇ ਕੱਢ ਲੈਣਾ। ਉਹ ਰੱਖਿਆ ਡਿੱਗੀ ਸੀਗਾ। ਅੱਛਾ ਚਲੋ ਅੱਲਾ ਖੈਰ ਕਰੇ, ਮਤਲਬ ਟੈਨਸ਼ਨ ਨਾ ਲਓ, ਅੱਲਾ ਬਿਹਤਰ ਕਰਨਾ, ਅੱਲਾ ਬਿਹਤਰ ਕਰੇਗਾ। ਤੇ ਇਹ ਵੇ ਕਿ ਜਿਵੇਂ ਹੁੰਦਾ ਨਾ, ਤੇ ਅਸੀਂ ਜਾ ਕੇ ਰਹਿਸ਼ ਕਰੀ ਅੱਜ ਦੀ ਰਾਤ ਇੱਥੇ ਸਟੇ ਕਰੋ, ਕਿਉਂਕਿ ਬਿਲਕੁਲ ਥਕਾਵਟ ਹੋ ਗਈ। ਜਿੱਥੋਂ ਉਹ ਟੋਰ ਕੇ ਲਿਆ, ਜਦੋਂ ਹੁਣ ਸਲਫ ਮਾਰਨੇ ਸੀ ਗੱਡੀ, ਮਤਲਬ ਤੁਹਾਡੇ ਸਾਹਮਣੇ ਗਰਮ ਹੋ ਜਾਂਦੀ ਸੀ। ਇਸ ਕਰਕੇ ਇਹ ਵੇ ਕਿ ਹੁਣ ਉੱਥੋਂ ਤੱਕ ਪਹੁੰਚਣ ਵਾਸਤੇ, ਜਾਣ ਵਾਸਤੇ ਸਾਡਾ ਇਸ ਟਾਈਮ ਅੱਗੇ ਜਾਣਾ ਮੁਨਾਸਬ ਨਹੀਂ ਹੈ, ਕਿਉਂਕਿ ਇੱਕ ਤਾਂ ਰਾਤ ਹੁਣ ਅਗਲੇ ਪਿਛਲੇ ਜਿਹੜੇ ਸਫ਼ਰ ਸੀ ਉਹ ਆਪਣਾ ਹੋਰ ਸੀ, ਹੁਣ ਅੱਗੋਂ ਮਤਲਬ ਉਹੋ ਜਿਹੀਆਂ ਪਹਾੜੀਆਂ ਸ਼ੁਰੂ ਹੋ ਰਹੀਆਂ ਨੇ। ਅਸੀਂ ਆਪਣੇ ਇਲਾਕੇ 'ਚ ਸੀ ਨਾ ਪਿਛਲਾ ਸਫ਼ਰ, ਇਸ ਕਰਕੇ ਸਾਡੇ ਵਾਸਤੇ ਉਹ ਆਸਾਨ ਕੋਈ ਸੀਗਾ। ਸਟਾਪ ਕ੍ਰਾਸ ਕਰ, ਹੁਣ ਪਹਾੜੀ ਅੱਗੇ ਸਾਰਾ ਪਹਾੜੀ ਏਰੀਆ ਆ, ਇਹਦੀ ਵਰਕਸ਼ਾਪ ਤੋਂ ਬਾਹਰ ਨਿਕਲਣਾ ਸਾਰਾ ਮੈਂ ਪਹਾੜੀ ਏਰੀਆ ਹੈ। ਸਟੈਪਨੀ ਇੱਕ ਹੈ, ਇੱਕ ਟਾਇਰ ਮੈਂ ਕਹਿੰਦਾ ਹੋਰ ਲੈ ਲਈ ਇੱਥੋਂ।
ਨਹੀਂ ਰੋਡਾਂ ਤੇ ਸਾਰੀਆਂ ਤੇਰੇ ਸਾਹਮਣੇ ਨਵੀਆਂ ਨੇ ਬਣੀਆਂ ਹੋਈਆਂ ਨੇ, ਕੋਈ ਮਸਲਾ ਨਹੀਂ ਹੈ ਸਟੱਪਣੀ ਦਾ। ਟਾਇਰ ਆਪਣੀ ਗੱਡੀ ਤੇ ਚਾਰੇ ਨਵੇਂ ਨੇ, ਸਟੱਪਣੀ ਵੀ ਹੈ। ਬਹੁਤ ਹੈ ਸਟੱਪਣੀ, ਮੈਂ ਇੱਕ ਹੋਰ ਲੈ ਲਈ ਟਾਇਰ ਨਾ ਇੱਕ ਹੋਰ। ਵੈਸੇ ਐਡਾ ਮਸਲਾ ਨਹੀਂ ਹੈ, ਜੇ ਦਿਲ ਨਹੀਂ ਬਹੁਤ ਮੈਨੂੰ ਹੁੰਦਾ ਤੇ ਫਿਰ ਵੇਖ ਲਓ ਯਾਰ। ਮੈਂ ਨਾ ਤੁਸੀਂ ਰਹਿਣ ਦੋ, ਸਟੈਪ ਹੋਰ ਨਹੀਂ ਲੈਂਦੇ ਕਿਉਂਕਿ 100 ਅਖਰਾਜਾਤ ਨੇ, ਸਾਰਾ ਮਤਲਬ ਨਿਜ਼ਾਮ ਉਸ ਆਪਣਾ ਦੇਖਣਾ ਪੈਣਾ। ਅੱਲਾ ਨਾ ਕਰੇ ਕਿਤੇ ਸਾਨੂੰ ਕਿਹੋ ਜਿਹਾ ਮਸਲਾ ਦਰਪੇਸ਼ ਆਉਂਦਾ ਜਿੱਤੇ ਸਾਨੂੰ ਜ਼ਰੂਰਤ ਪੈਂਦੀ ਹੈ, ਫਿਰ ਉਸ ਹਿਸਾਬ ਨਾਲ ਅਸੀਂ ਮਤਲਬ ਟਾਇਰ ਜਾਂ ਸਟੈਪਨੀ ਜਿਹੜੀ ਸ਼ਾਇਦ ਨਵੀਂ ਲਾਵਾਂਗੇ ਉਹ ਲੈ ਲਾਂਗੇ। ਕੀ ਖਿਆਲ ਹੈ? ਬਿਲਕੁਲ, ਕਿਉਂਕਿ ਹੁਣ ਸਟੈਪਨੀ ਤੇ ਸਾਡੇ ਕੋਲ ਹੈ ਆਲਰੇਡੀ, ਫਿਰ ਅਗਰ ਟਾਇਰ ਲੈਣਾ ਪਏਗਾ ਨਾ, ਅਗਰ ਸਟੈਪਨੀ ਅਸੀਂ ਲਾ ਲੈਂਦੇ ਹਾਂ, ਦੂਸਰਾ ਟਾਇਰ ਸਾਡਾ ਨਕਾਮ ਹੋ ਜਾਂਦਾ, ਪੈਂਚਰ ਨਹੀਂ ਲੱਗਦਾ, ਫਿਰ ਉਸ ਤੋਂ ਬਾਅਦ ਅਸੀਂ ਟਾਇਰ ਲਾਵਾਂਗੇ। ਅਸੀਂ ਐਵੇਂ ਫਜ਼ੂਲ ਪੈਸੇ ਜਾਂ ਮਤਲਬ ਅਖਰਾਜਾਤ ਨਾ ਕਰੀਏ, ਕਿਉਂਕਿ ਅਸੀਂ ਸਭ ਤੋਂ ਪਹਿਲੇ ਮੇਨ ਚੀਜ਼ ਹੈ ਕਿ ਅਸੀਂ ਉਹ ਤੱਕ ਪਹੁੰਚਣਾ ਹੈ, ਉਹ ਜਿੱਥੇ ਆਦਿਲ ਬਾਈ ਪਹੁੰਚੇ ਆ। ਬਾਕੀ ਤੁਸੀਂ ਇਹ ਕਿ ਜਲਦ ਤੋਂ ਜਲਦ ਉਹਨੇ ਰਾਬਤਾ ਕਰੋ ਤਾਂ ਕਿ ਅਸੀਂ ਉਹਦੇ ਨਾਲ ਰਾਬਤਾ ਹੋਣ ਦੇ ਬਾਵਜੂਦ ਉਹਨੂੰ ਪੁੱਛ ਸਕੀਏ ਕਿ ਯਾਰ ਅਸੀਂ ਕਿੱਦਾਂ ਆਉਣਾ ਹੈ, ਕਿਸ ਤਰ੍ਹਾਂ ਆਉਣਾ ਤੇ ਕਿਵੇਂ ਆਉਣਾ। ਬਾਕੀ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਵੀਵਰਸ ਮਿਲਨੇ ਆ ਨੈਕਸਟ ਵਲੋਗ 'ਚ, ਕਿਉਂਕਿ ਗੱਡੀ ਵਾਲਾ ਆ ਰਿਹਾ। ਜਿਸ ਤਰ੍ਹਾਂ ਸਾਡੀ ਅੱਜ ਦੇ ਸਿਰਫ ਇਹੀ ਪਲਾਨ ਹੈ ਕਿ ਅਸੀਂ ਜਾ ਕੇ ਰੈਸ਼ ਕਰਨੇ ਕਿਸੇ ਹੋਟਲ ਦੇ। ਉਸ ਦੀ ਵਜ੍ਹਾ ਇਹ ਹੈ ਕਿ ਅਸੀਂ ਅੱਗੇ ਸਫ਼ਰ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਸਫ਼ਰ ਦਾ ਪਤਾ ਨਹੀਂ ਹੈ, ਰਸਤੇ ਦਾ ਪਤਾ ਨਹੀਂ ਹੈ। ਆਪਣਾ ਇਲਾਕਾ ਹੋਏ, ਸਫ਼ਰ ਹੋਏ, ਉਸ ਤੋਂ ਪਤਾ ਲੱਗ ਜਾਂਦਾ। ਇਸ ਕਰਕੇ ਅਸੀਂ ਇਨਸ਼ਾਅੱਲਾ ਹੁਣ ਅੱਜ ਇੱਥੇ ਮਰਾਂ ਕਰਾਂਗੇ, ਰੈਸ਼ ਅਸੀਂ ਕਰਾਂਗੇ ਕਿਸੇ ਵੀ ਹੋਟਲ ਦੇ ਜਾਂ ਜਿਸ ਤਰ੍ਹਾਂ ਵੀ ਸਾਨੂੰ ਰੈਸ਼ ਲੱਭਦੀ ਹੈ ਇਨਸ਼ਾਅੱਲਾ। ਬਾਕੀ ਅੱਲਾਹ ਦੇ ਹੁਕਮ ਨਾਲ ਨੈਕਸਟ ਵਲੋਗ 'ਚ ਮਿਲਾਂਗੇ ਇਸ ਆਦਿਲ ਭਾਈ ਦੇ ਕੋਲ। ਉਮੀਦ ਕਾਫੀ ਕਿ ਅਸੀਂ ਉੱਥੇ ਤੱਕ ਪਹੁੰਚ ਜਾਵਾਂਗੇ, ਉਹਨਾਂ ਦਾ ਰਾਬਤਾ ਸਾਡਾ ਹੋ ਜਾਏਗਾ ਔਰ ਅੱਲਾਹ ਦੇ ਹੁਕਮ ਨਾਲ ਬਾਕੀ ਮਿਲਨੇ ਇਨਸ਼ਾਅੱਲਾ। ਅੱਲਾਹ ਦੁਆ ਕਰੇ ਸਾਡਾ ਤੁਸੀਂ ਕਿ ਅਸੀਂ ਆਪਣੀ ਮੰਜ਼ਿਲ ਤੱਕ ਆਸਾਨੀ ਨਾਲ ਪਹੁੰਚ ਜਾਈਏ। ਮੁਸ਼ਕਲ ਤੇ ਆਉਂਦੀਆਂ ਰਹਿੰਦੀਆਂ ਤੁਹਾਨੂੰ ਪਤਾ, ਫਿਰ ਰਸਤੇ ਦੇ ਵਿੱਚ 100 ਵਾਅਦੇ ਇਕੱਠੇ ਹੁੰਦੇ ਨੇ। ਬਾਕੀ ਅਸੀਂ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਮਤਲਬ ਨਹੀਂ ਜ਼ੇਨ 'ਚ ਲੈ ਰਹੇ ਕਿ ਯਾਰ ਇਹ ਕੁਛ ਵੀ ਹੋ ਸਕਦਾ। ਬਾਕੀ ਅੱਲਾਹ ਪਾਕ ਬਿਹਤਰ ਕਰਕੇ ਇਨਸ਼ਾਅੱਲਾ ਮਿਲਨੇ ਨੈਕਸਟ ਵਲੋਗ 'ਚ। ਅੱਲਾਹ।